ਕਰੋੜਾਂ ਰੁਪਿਆਂ ਦੇ ਅੰਨ ਜਿਹੜਾ ਆ ਕੇ ਹੈ ਉਹ ਗਰੀਬ ਤੱਕ ਨਹੀਂ ਪਹੁੰਚਿਆ। ਤੇ ਅੱਜ ਅਸੀਂ ਸੰਧੂ ਸਾਹਿਬ ਕੋਲ ਆਏ ਤਾਂ ਸੰਧੂ ਸਾਹਿਬ ਦਾ ਜਵਾਬ ਸੀ ਵੀ ਮੇਰੇ ਕੋਲ 1000 ਥੈਲੀਆਂ ਆਈਆਂ, 550 ਮੈਂ ਦੇਤੀਆਂ, ਮੇਰੇ ਕੋਲ 450 ਰਹਿ ਗਈਆਂ। ਬਹੁਤ ਸਾਰੇ ਸੁਜੈਸ਼ਨ ਦਿੱਤੇ ਸੀ, ਜਿਹਦੇ ਵਿੱਚੋਂ ਕਾਫੀ ਸੁਜੈਸ਼ਨਸ ਚਰਚਾ ਦਾ ਵਿਸ਼ੇ ਵੀ ਰਹੇ ਸੀ। ਤੇ ਅੱਜ ਅਸੀਂ ਵਾਪਸ ਇਹਨਾਂ ਕੋਲ ਪਹੁੰਚੇ ਕਿ ਜਾਣੀਏ ਕਿ ਕੀ ਇਹ ਮਾਹੌਲ ਤੇ ਇਹ ਇਸ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ। ਅਲਰਟ ਕੀਤਾ ਸੀਗਾ ਕਿ ਇਹ ਜਿਹੜਾ ਰਾਸ਼ਨ ਹੈ ਇਹ ਲੋਕਾਂ ਤੱਕ ਪਹੁੰਚਣਾ ਨਹੀਂ ਹੈ, ਇਹਦਾ ਤਰੀਕਾ ਦੱਸਿਆ ਸੀ ਕਿ ਕਿੱਦਾਂ ਪਹੁੰਚਾਓ। ਉਹ ਆਪਣਾ ਸਿਰਫ ਆਧਾਰ ਕਾਰਡ ਰਜਿਸਟਰ ਕਰਾ ਜਾਵੇ ਤੇ ਜਿਹਦਾ ਆਧਾਰ ਕਾਰਡ ਰਜਿਸਟਰ ਹੋਊਗਾ, ਜਿੰਨੇ ਪੈਸੇ ਤੁਸੀਂ ਉਹਨਾਂ ਤੋਂ ਵਿਕਰੀ ਦੇ ਲਏ ਆ ਉਹ ਉਹਦੇ ਅਕਾਊਂਟ 'ਚ ਭੇਜ। ਕਾਂਗਰਸ ਦੇ ਕਾਉਂਸਲਰ ਹੈ ਔਰ ਇੱਥੇ ਪਿਆ ਇਹ ਕਹਿੰਦੇ ਐਮਐਲਏ ਸਾਹਿਬ ਨੇ ਇੱਥੇ ਰਾਸ਼ਨ ਭੇਜਿਆ ਪਾਂਡੇ ਜੀ ਨੇ। ਇਹ ਕਹਿੰਦੇ ਆ ਕਿ ਅਸੀਂ 2 ਦਿਨਾਂ ਦੇ ਵਿੱਚ 98% ਰਾਸ਼ਨ ਵੰਡਤਾ। ਮੈਂ ਚੈਲੰਜ ਕਰਦਾ, ਓਪਨ ਚੈਲੰਜ, ਕੋਈ ਰਾਸ਼ਨ ਦਾ ਡਿਪੂ ਲੈ ਲਓ, 1 ਹਫ਼ਤੇ 'ਚ ਵੰਡ ਕੇ ਦਿਖਾ ਦਿਓ 98% ਕਿ ਬਾਇਓਮੈਟ੍ਰਿਕ ਰਾਸ਼ਨ ਕਾਰਡ ਬਣ ਗਏ ਆ। ਹੁਣ ਬਾਇਓਮੈਟ੍ਰਿਕ ਦੇ ਵਿੱਚ ਇੱਕ ਐਡੀ ਵੱਡੀ ਠੱਗੀ ਕੀਤੀ ਹੈ ਕਿ ਇੱਕ ਬੰਦਾ ਜਿਹੜਾ ਇਹਨਾਂ ਦਾ ਵਾਕਫ ਹੈ ਉਹਦਾ ਅੰਗੂਠਾ ਲਾ ਲੈਂਦੇ ਆ। 60% ਰਾਸ਼ਨ ਜਿਹੜਾ ਪੈਂਡੈਮਿਕ 'ਚ ਆਇਆ ਹੈ ਉਹ ਖੁਰਦ-ਪੁਰਦ ਹੋਇਆ। ਖੁੱਲੀ ਲੁੱਟ ਦਾ ਆਲਮ ਕਿਹਨੇ ਸ਼ੁਰੂ ਕੀਤਾ? ਇਹ ਮੌਜੂਦਾ ਸਰਕਾਰ ਨੇ ਕੀਤਾ। ਸਿੱਧੇ ਤੇ ਸਿੱਧੇ ਮੌਜੂਦਾ ਮੰਤਰੀ ਵੀ ਇਹਦਾ ਜ਼ਿੰਮੇਵਾਰ। ਪ੍ਰਵੀਨ ਜੀ ਨੇ ਚੈੱਕ ਕੀਤਾ, ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਅੱਜ ਕਮਰੇ 'ਚ 1000 ਤੋਂ ਉੱਤੇ ਬੋਰੀ ਆ, ਉਸ ਕਮਰੇ 'ਚ 1000 ਤੋਂ ਉੱਤੇ ਬੋਰੀ ਆ। ਇਹ ਰਾਸ਼ਨ ਕਿਹਨੂੰ ਦਿੰਦੇ ਆ ਕਿਹਨੂੰ ਨਹੀਂ ਦਿੰਦੇ, ਫਰਜ਼ੀ ਬੋਰੀਆਂ। जन हितैषी देख रहे दर्शकों का स्वागत है। दोस्तों, जन जन की बात जन हितैषी के साथ इस प्रोग्राम ਦੇ ਵਿੱਚ ਅਸੀਂ ਅੱਜ ਪਹੁੰਚੇ हैं ਲੁਧਿਆਣਾ ਦੇ ਵਿੱਚ। ਲੁਧਿਆਣਾ ਦੇ ਹਰੀਸ਼ ਰਾਏ ਢਾਂਡਾ ਜੀ ਕੋਲ ਆਏ हैं। ਮੁੱਦਾ ਜਿਹੜਾ ਮਸਲਾ ਹੈਗਾ ਉਹ ਇਹ ਹੈ ਕਿ ਕੱਲ ਬੀਜੇਪੀ ਦੀ ਟੀਮ ਨੇ ਪੁਸ਼ਪਿੰਦਰ ਸਿੰਘਲ ਨੇ, ਕਾਂਤੇਂਦੂ ਸ਼ਰਮਾ ਨੇ ਤੇ ਪ੍ਰਵੀਨ ਬਾਂਸਲ ਨੇ ਇੱਕ ਕਾਂਗਰਸੀ ਇਲਾਕੇ ਦੇ ਕਾਂਗਰਸੀ ਜਿਹੜਾ ਪ੍ਰਤੀਨਿਧੀ ਹੈ ਉਹਦੇ ਸਕੂਲ ਦੇ ਵਿੱਚ ਛਾਪਾ ਮਾਰ ਕੇ ਵੱਡੀ ਖੇਪ ਦੇ ਵਿੱਚ ਰਾਸ਼ਨ ਵੰਡਿਆ। ਜਦਕਿ ਜਦੋਂ ਪੈਂਡੈਮਿਕ ਦੇ ਵਿੱਚ ਇਹ ਰਾਸ਼ਨ ਆਇਆ ਸੀ ਤੇ ਲੋਕੀ ਤੜਪਦੇ ਰਹੇ, ਚੀਕਾਂ ਮਾਰਦੇ ਰਹੇ ਲੁਧਿਆਣਾ ਸ਼ਹਿਰ ਦੇ ਕਿ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ। ਤੇ ਇਹਨਾਂ ਨੇ ਕਿਹਾ, ਜਿਹੜੀ ਮੌਜੂਦਾ ਸਰਕਾਰ ਸੀ, ਮੌਜੂਦਾ ਐਮਐਲਏਜ਼ ਸੀਗੇ, ਮੰਤਰੀ ਸਾਹਿਬ ਸੀਗੇ, ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਸਾਰਾ ਰਾਸ਼ਨ ਵੰਡਿਆ ਹੈਗਾ। ਤੇ ਪਰ ਸਵਾਲ ਇੱਥੇ ਖੜੇ ਹੋ ਗਏ ਕਿ ਅੱਜ ਪੈਂਡੈਮਿਕ ਆਏ, ਰਾਸ਼ਨ ਆਏ 2-2 ਮਹੀਨੇ ਹੋ ਗਏ ਤੇ ਹਜੇ ਤੱਕ ਰਾਸ਼ਨ ਵੰਡਿਆ ਨਹੀਂ ਗਿਆ। ਤੇ ਇਹ ਕਹਿ ਰਹੇ ਆ ਕਿ ਅਸੀਂ ਰਾਸ਼ਨ ਵੰਡਿਆ ਸੀਗਾ। ਤੇ ਕੱਲ ਅਸੀਂ ਮੌਕੇ ਤੇ ਮੀਡੀਆ ਨੇ ਵੀ ਦੇਖਿਆ ਕਿ ਕਿਹਾ ਗਿਆ ਰਿਹਾ ਸੀ ਕਿ 400 ਬੋਰੀ ਪੈਂਡਿੰਗ ਹੈ। ਤੇ ਉੱਥੇ ਜਦੋਂ ਖੋਲ੍ਹੇ ਗਏ, ਛਾਪੇਮਾਰੀ ਹੋਈ ਤੇ ਉਹ ਬੋਰੀਆਂ ਨਿਕਲੀਆਂ ਘੱਟੋ ਘੱਟ 3 ਤੋਂ 4000। ਤੇ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਪਹੁੰਚੇ ਹਾਂ ਹਰੀਸ਼ ਰਾਏ ਢਾਂਡਾ ਜੀ ਕੋਲ, ਕਿਉਂਕਿ ਇਹਨਾਂ ਨੇ ਸਰਕਾਰ ਨੂੰ ਸਟਾਰਟਿੰਗ 'ਚ ਜਿੱਦਾਂ ਹੀ ਪੈਂਡੈਮਿਕ ਹੋਈ ਸੀ ਤੇ ਇਹਨਾਂ ਨੇ ਸਰਕਾਰ ਨੂੰ ਚੇਤਾਇਆ ਸੀ, ਬਹੁਤ ਸਾਰੀ ਸੁਜੈਸ਼ਨਸ ਭੇਜੀਆਂ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਕਿ ਕਿੱਦਾਂ ਵੰਡਣਾ ਚਾਹੀਦਾ, ਪੈਂਡੈਮਿਕ ਹੈਗਾ। ਬਹੁਤ ਸਾਰੇ ਸੁਜੈਸ਼ਨ ਦਿੱਤੇ ਸੀ, ਜਿਹਦੇ ਵਿੱਚੋਂ ਕਾਫੀ ਸੁਜੈਸ਼ਨਸ ਚਰਚਾ ਦਾ ਵਿਸ਼ੇ ਵੀ ਰਹੇ ਸੀ। ਤੇ ਅੱਜ ਅਸੀਂ ਵਾਪਸ ਇਹਨਾਂ ਕੋਲ ਪਹੁੰਚੇ ਹਾਂ ਕਿ ਜਾਣੀਏ ਕਿ ਕੀ ਇਹ ਮਾਹੌਲ ਤੇ ਇਹ ਇਸ ਸਿਚੁਏਸ਼ਨ ਤੇ ਕੀ ਕਹਿਣਾ ਚਾਹਣਗੇ। ਨਮਸਕਾਰ ਜੀ। ਨਮਸਕਾਰ ਸੰਦੀਪ ਜੀ। ਮੈਨੂੰ ਖਦਸ਼ਾ ਪਹਿਲਾਂ ਹੀ ਸੀ ਸ਼ੁਰੂ 'ਚ ਕਿ ਹੋਣਾ ਕੀ ਹੈ, ਆਖਰ ਉਹੀ ਹੋਇਆ। ਮੈਂ ਚਿੱਠੀ ਲਿਖ ਕੇ ਮੁੱਖ ਮੰਤਰੀ ਸਾਹਿਬ ਦੇ ਚੀਫ ਸੈਕਟਰੀ ਨੂੰ, ਚੀਫ ਸੈਕਟਰੀ ਆਫ ਪੰਜਾਬ ਨੂੰ, ਪ੍ਰਿੰਸੀਪਲ ਸੈਕਟਰੀ ਇਸ ਮਹਿਕਮੇ ਦੇ ਨੂੰ, ਡਿਪਟੀ ਕਮਿਸ਼ਨਰ ਨੂੰ ਅਲਰਟ ਕੀਤਾ ਸੀਗਾ ਕਿ ਇਹ ਜਿਹੜਾ ਰਾਸ਼ਨ ਹੈ ਇਹ ਲੋਕਾਂ ਤੱਕ ਪਹੁੰਚਣਾ ਨਹੀਂ ਹੈ, ਇਹਦਾ ਤਰੀਕਾ ਦੱਸਿਆ ਸੀ ਕਿ ਕਿੱਦਾਂ ਪਹੁੰਚਾਓ। ਮੈਂ ਕਿਹਾ ਸੀਗਾ ਕਿ ਇਹਨਾਂ ਦਾ ਜਿਹੜਾ ਆਟਾ ਹੈ ਜਾਂ ਚੌਲ ਹੈ ਇਹਨਾਂ ਨੂੰ ਵਿਕਟੀਫਾਈਡ ਕਰਕੇ, ਨੂਨ ਐਡ ਕਰਕੇ, ਮਲਟੀਗ੍ਰੇਨ ਬਣਾ ਕੇ ਕੁਝ ਥੋੜ੍ਹੇ ਪੈਸਿਆਂ 'ਤੇ ਵੇਚਿਆ ਜਾਵੇ, ਬਨਸਪਤ ਕੇ ਫਰੀ ਦਿੱਤਾ ਜਾਵੇ। ਤੇ ਇਹ ਓਪਨ ਕਰ ਦਿਓ, ਜਿਹੜਾ ਮਰਜ਼ੀ ਆ ਕੇ ਲੈ ਜਾਵੇ। ਉਹ ਆਪਣਾ ਸਿਰਫ ਆਧਾਰ ਕਾਰਡ ਰਜਿਸਟਰ ਕਰਾ ਜਾਵੇ ਤੇ ਜਿਹਦਾ ਆਧਾਰ ਕਾਰਡ ਰਜਿਸਟਰ ਹੋਊਗਾ, ਜਿੰਨੇ ਪੈਸੇ ਤੁਸੀਂ ਉਹਨਾਂ ਤੋਂ ਵਿਕਰੀ ਦੇ ਲਏ ਆ ਉਹ ਉਹਦੇ ਅਕਾਊਂਟ 'ਚ ਭੇਜ ਦਿਓ। ਪਰ ਇਹ ਸਾਫ ਸੁਥਰਾ ਕੰਮ ਸੀ। ਇਹ ਸਰਕਾਰ ਨੂੰ
ਮਨਜ਼ੂਰ ਕਿੱਥੋਂ ਹੋ ਜਾਂਦਾ? ਜਦ ਨੀਅਤ ਖਾਣ ਦੀ ਹੋਵੇ ਤਾਂ ਕਿਵੇਂ ਮਨਜ਼ੂਰ ਹੋ ਜਾਵੇ? ਇਹ ਇਕੱਲਾ ਇਹੀ ਨਹੀਂ ਹੈ, ਇਹ ਰਾਸ਼ਨ ਤਾਂ ਜਿਹੜਾ ਮੁੱਖ ਮੰਤਰੀ ਜੀ ਨੇ ਆਪਣੀ ਤਸਵੀਰ ਲਾ ਕੇ ਉਹ ਵੰਡਣ ਦਾ ਪ੍ਰਯਾਸ ਕੀਤਾ ਸੀ, ਉਹ ਤਾਂ ਚੱਕ ਕੇ ਹੀ ਲੈ ਗਏ ਪੋਲੀਟੀਕਲ ਬੰਦੇ, ਆਪਣੇ ਚਹੇਤਿਆਂ ਨੂੰ ਦਿੱਤਾ, ਸ਼ਕਲਾਂ ਦੇਖ ਦੇਖ ਕੇ ਦਿੱਤਾ ਕਿ ਕਿਹੜਾ ਕਾਂਗਰਸੀ ਹੈ ਉਹਨੂੰ ਦੇਣਾ ਹੈ ਤੇ ਜਿਹੜਾ ਅਕਾਲੀ ਬੀਜੇਪੀ ਦਾ ਜਾਂ ਹੋਰ ਆਪ ਪਾਰਟੀ ਦਾ ਉਹਨੂੰ ਨਹੀਂ ਦੇਣਾ। ਇਹਦੇ ਇਲਾਵਾ ਜਿਹੜਾ ਦੂਜਾ ਰਾਸ਼ਨ ਆਇਆ ਕਣਕ ਤੇ ਦਾਲ, ਉਹ ਤਾਂ ਚੱਟ ਹੀ ਗਏ। ਇਹ ਕਹਿੰਦੇ ਆ ਕਿ ਅਸੀਂ 2 ਦਿਨਾਂ ਦੇ ਵਿੱਚ 98% ਰਾਸ਼ਨ ਵੰਡਤਾ। ਮੈਂ ਚੈਲੰਜ ਕਰਦਾ, ਓਪਨ ਚੈਲੰਜ, ਕੋਈ ਰਾਸ਼ਨ ਦਾ ਡਿਪੂ ਲੈ ਲਓ, 1 ਹਫ਼ਤੇ 'ਚ ਵੰਡ ਕੇ ਦਿਖਾ ਦਿਓ 98%। ਐਂਡ ਮੈਂ ਇਹ ਵੀ ਚੈਲੰਜ ਕਰਦਾ ਕਿ 40% ਜਾਲੀ ਰਾਸ਼ਨ ਕਾਰਡ ਹੈ ਜਾਂ ਜਾਲੀ ਨਾਮ ਕਾਰਡਾਂ 'ਚ। ਜੇ ਚਾਹਵੇ ਸਰਕਾਰ ਮੈਂ ਉਦਾਹਰਣ ਵੀ ਦੇ ਸਕਦਾ। ਮੈਂ ਇਹਦੇ ਵਿੱਚ ਸਰ ਤੁਹਾਡੀ ਗੱਲ ਕੱਟਣਾ ਚਾਹਾਂਗਾ। 40% ਦੀ ਗੱਲ ਤੋਂ ਤੁਹਾਡਾ ਯਾਦ ਆਇਆ ਕਿ ਇਹ ਤਾਂ ਕਾਂਗਰਸ ਦੇ ਜਿਹੜੇ ਕਾਉਂਸਲਰ ਤੋਂ ਲੈ ਕੇ MLA ਮੰਤਰੀ ਸਾਹਿਬਾਨ ਨੇ ਤੁਹਾਡੇ ਤੇ ਹੀ ਆਰੋਪ ਲਗਾਇਆ ਹੈ, ਅਕਾਲੀ ਗਵਰਨਮੈਂਟ ਸਰਕਾਰ ਤੇ, ਕਿ ਇਹਨਾਂ ਨੇ ਆਪਣੇ ਵੇਲੇ 'ਚ 40% ਰਾਸ਼ਨ ਕਾਰਡ ਬਣਾਏ ਹੋਏ ਸੀ ਜਾਲੀ, ਜਿਨ੍ਹਾਂ ਨੂੰ ਉਹਨਾਂ ਨੇ ਰੱਦ ਕੀਤਾ, ਫੜਿਆ ਤੇ ਉਹਨਾਂ ਨੇ ਹੁਣ ਨਵੇਂ ਬੰਦਿਆਂ ਨੂੰ ਦਿੱਤਾ। ਮੈਨੂੰ ਤਾਂ ਪਰਸਨਲ ਐਕਸਪੀਰੀਅੰਸ ਹੈ। ਜਦ ਮੈਂ MLA ਸੀ ਉਦੋਂ ਮੈਂ ਇੱਕ ਮੁਹਿੰਮ ਆਦੇਸ਼ ਜੀ ਦੇ ਕਹੇ ਤੇ, ਕੈਰੋਂ ਸਾਹਿਬ ਦੇ ਕਹੇ ਤੇ ਸ਼ੁਰੂ ਕੀਤੀ ਸੀ। ਮੋਬਾਈਲ ਰਾਸ਼ਨ ਡਿਪੂ ਸ਼ੁਰੂ ਕੀਤਾ ਸੀ। 10% ਮੈਨੂੰ ਕਾਰਡ ਦਿੱਤੇ ਸੀ। 100% ਮਿੱਟੀ ਦਾ ਤੇਲ ਦੇਣ ਦੇ ਬਾਅਦ ਵੀ 40% ਤੇਲ ਬਚ ਜਾਂਦਾ ਸੀ। ਅਸੀਂ ਬੜੇ ਰਾਸ਼ਨ ਕਾਰਡ ਹੋਲਡਰ ਦੇਖੇ ਜਿਹੜੇ ਮੌਕੇ 'ਤੇ ਐਗਜ਼ਿਸਟ ਹੀ ਨਹੀਂ ਸੀ ਕਰਦੇ। ਜੇ ਤਾਂ ਇਸ ਨੀਅਤ ਦੇ ਨਾਲ ਛਾਨਾ ਲਾਇਆ ਹੁੰਦਾ ਤਾਂ ਸ਼ਲਾਘਾਯੋਗ ਸੀ, ਪਰ ਛਾਨਾ ਤਾਂ ਇਸ ਨੀਅਤ ਨਾਲ ਲਾਇਆ ਹੈ ਕਿ ਕਿਹੜਾ ਅਕਾਲੀ ਪਰਿਵਾਰ ਦਾ, ਕਿਹੜਾ ਆਪ ਪਰਿਵਾਰ ਦਾ, ਉਹਦੇ ਕੱਟ ਦਿਓ ਤੇ ਦੂਜਿਆਂ ਨੂੰ ਦੇ ਦਿਓ। ਇਹ ਤਾਂ ਹੁਣ ਇਹ ਵੀ ਕੀਤਾ ਕਿ ਬਾਇਓਮੈਟ੍ਰਿਕ ਰਾਸ਼ਨ ਕਾਰਡ ਬਣ ਗਏ ਆ। ਹੁਣ ਬਾਇਓਮੈਟ੍ਰਿਕ ਦੇ ਵਿੱਚ ਇੱਕ ਐਡੀ ਵੱਡੀ ਠੱਗੀ ਕੀਤੀ ਹੈ ਕਿ ਇੱਕ ਬੰਦਾ ਜਿਹੜਾ ਇਹਨਾਂ ਦਾ ਵਾਕਫ ਹੈ ਉਹਦਾ ਅੰਗੂਠਾ ਲਾ ਲੈਂਦੇ ਆ, 6 ਬੰਦੇ ਉਹਦੇ ਨਾਲ ਉਹ ਐਡ ਕਰ ਦਿੰਦੇ ਆ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ ਮੌਕੇ ਤੇ ਰਾਸ਼ਨ ਡਿਪੂ ਹੋਲਡਰ ਕੀ ਕਰਦਾ, ਉਹਦਾ ਅੰਗੂਠਾ ਲਵਾਉਂਦਾ, ਅੰਗੂਠਾ ਲਵਾ ਕੇ ਸਾਰੇ ਦਾ ਸਾਰਾ ਰਾਸ਼ਨ ਖਾ ਲਿਆ ਜਾਂਦਾ। ਮੈਂ ਇਹ ਵੀ ਚੈਲੰਜ ਕਰਦਾ, ਹਾਸੇ ਵਾਲੀ ਗੱਲ ਹੈ ਕਿ ਇਹ ਸਾਲ ਕਿਸੇ ਵੀ ਮਿਲ ਨੂੰ ਕਣਕ ਖਰੀਦਣ ਦੀ ਲੋੜ ਨਹੀਂ, ਉਹਨਾਂ ਕੋਲ ਇੰਨੀ ਕਣਕ ਪਹੁੰਚ ਗਈ। ਇਹ 60% ਰਾਸ਼ਨ ਜਿਹੜਾ ਪੈਂਡੈਮਿਕ 'ਚ ਆਇਆ ਉਹ ਖੁਰਦ ਪੁਰਦ ਹੋਇਆ। ਇਹਦੀ ਜੇ ਇਨਕੁਆਇਰੀ ਕਰਨੀ ਹੈ ਕਿਤੋਂ ਕਰ ਲੈਣ, ਕਿਸੇ ਜਗ੍ਹਾ ਤੋਂ ਕਰ ਲੈਣ। ਸਰਕਾਰ ਤਾਂ ਇਹਨਾਂ ਦੀ ਹੈ, ਜੇ ਇਨਕੁਆਇਰੀ ਕਰਨਗੇ ਫਿਰ ਤੁਸੀਂ ਲੋਕਾਂ ਨੇ ਇਹ ਇਲਜ਼ਾਮ ਲਾ ਦੇਣਾ ਕਿ ਬੰਦੇ ਵੀ ਇਹਨਾਂ ਦੇ ਸੀ, ਇਨਕੁਆਇਰੀ 'ਚ ਆਇਆ ਕੁਝ ਨਹੀਂ। ਕੱਲ੍ਹ ਨੂੰ ਜਿਹੜਾ ਬਦਨਾਮ ਮੀਡੀਆ ਹੋ ਜਾਂਦਾ ਕਿ ਦੇਖੋ ਜੀ ਇੱਦਾਂ ਇੱਦਾਂ। ਉਹ ਮੈਂ ਤੁਹਾਨੂੰ ਹੀ ਕਹਿੰਦਾ, ਤੁਸੀਂ ਇੱਕ ਮੁਹਿੰਮ ਸ਼ੁਰੂ ਕਰ ਲਓ। ਇੱਕ ਰਾਸ਼ਨ ਡਿਪੂ ਦੇ ਰਾਸ਼ਨ ਹੋਲਡਰਸ ਦੀ ਲਿਸਟ ਕੱਢ ਲਓ, ਆਨਲਾਈਨ ਹੈ ਜੀ, ਤੇ ਘਰਾਂ 'ਚ ਗੇੜਾ ਕੱਢ ਕੇ ਚੈੱਕ ਕਰ ਲਓ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ। ਤੁਸੀਂ ਫਿਰ ਸਾਨੂੰ ਲਿਸਟ ਦਿਵਾਓ, ਅਸੀਂ ਇਹ ਚੀਜ਼ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ। ਮੈਂ ਤੁਹਾਨੂੰ 2 ਦਿਨ ਦੇ ਵਿੱਚ ਲਿਸਟ ਮੁਹੱਈਆ ਕਰਾ ਦੂੰ, ਇੱਕ ਰਾਸ਼ਨ ਕਾਰਡ ਜੀ ਜੀ। ਤੁਸੀਂ ਘਰੋਂ ਘਰੀ ਜਾ ਕੇ ਚੈੱਕ ਕਰ ਲਓ, ਤੁਹਾਨੂੰ ਲੋਕੀ ਇਹੋ ਜਿਹੇ ਮਿਲਣਗੇ ਜੀ ਜਿਹੜੇ ਲੋਕ ਇਹ ਕਹਿਣਗੇ ਕਿ ਅਸੀਂ ਤਾਂ ਗੇੜੇ ਮਾਰ ਥੱਕ ਗਏ, ਸਾਨੂੰ ਦੱਸਿਆ ਹੀ ਨਹੀਂ ਕਿ ਤੇਰਾ ਰਾਸ਼ਨ ਕਾਰਡ ਬਣਿਆ ਹੋਇਆ ਹੈ। ਰਾਸ਼ਨ ਕਾਰਡ ਬਣਿਆ ਹੋਇਆ ਹੈ ਤੇ ਰਾਸ਼ਨ ਜਾ ਰਿਹਾ। ਇਹ ਮੈਂ ਤੁਹਾਨੂੰ ਪੂਰੀ ਇਹਦੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦੂੰ। ਠੀਕ ਹੈ ਸਰ ਜੀ। ਇਹ ਇੱਕ ਹੋਰ ਚੀਜ਼ ਦੱਸੋ ਸਰ, ਜੇ ਤੁਹਾਡੇ ਕੋਲ ਇੰਨੀ ਇਨਫੋਰਮੇਸ਼ਨ ਹੈ ਔਰ ਤੁਸੀਂ ਇੰਨਾ ਵਿਜ਼ਨਰੀ ਹੈਗੇ ਹੋ, ਚਲੋ ਉਹ ਤਾਂ ਅਸੀਂ ਦੇਖ ਲਿਆ ਸੀ, ਤੁਸੀਂ ਸਟਾਰਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਦਿੱਤੀਆਂ, ਤੇ ਜਿਹੜੇ ਲੋਕਲ ਮੰਤਰੀ ਸਾਹਿਬ ਹੈ ਜਾਂ MLAs ਹੈ, ਕਿਉਂਕਿ ਤੁਸੀਂ ਵੀ MLA ਰਹੇ ਹੋ, ਤੁਹਾਡੇ ਵੈਲ ਨੋਨ ਹੈ ਔਰ ਵੈਲ ਤੁਸੀਂ ਅੱਛੇ ਦੋਸਤ ਵੀ ਹੈਗੇ ਹੋ ਸਾਰੇ ਸਮਾਜਿਕ ਤੌਰ 'ਤੇ ਤੁਸੀਂ ਉਹਨਾਂ ਨੂੰ ਡਾਇਰੈਕਟ ਕਿਉਂ ਨਹੀਂ ਕਹਿ ਦਿੱਤਾ? ਹੋ ਸਕਦਾ ਹੈ ਲੋਕਾਂ ਦਾ ਭਲਾ ਹੋ ਜਾਂਦਾ। ਮੈਂ ਤਾਂ ਆਪਣਾ ਛੁੰਛੁਣਾ ਵਜਾਈ ਤੁਰੀ ਗਿਆ, ਪਰ ਕੋਈ ਸੁਣੇ ਹੀ ਨਾ, ਕੀ ਕਰਾਂ। ਮੈਂ ਤਾਂ ਚਿੱਠੀਆਂ ਲਿਖ ਦੱਸਿਆ, ਮੈਂ ਤਾਂ ਪ੍ਰਿੰਸੀਪਲ ਸੈਕਟਰੀ ਨੂੰ ਦੱਸਿਆ ਐਂਡ ਮੈਨੂੰ ਜਵਾਬ ਨਹੀਂ ਆਇਆ। ਪ੍ਰਿੰਸੀਪਲ ਸੈਕਟਰੀ ਨੇ ਕਹਿਤਾ ਰਾਸ਼ਨ ਤੁਹਾਨੂੰ DC ਨੂੰ ਗੱਲ ਕਰ ਲਓ, DC ਨੂੰ ਡਾਇਰੈਕਸ਼ਨ ਹੈ, DC ਸਾਹਿਬ ਨਾਲ ਗੱਲ ਕਰਦੇ ਰਹੇ। ਦੇਖੋ, ਜਦ ਜਿਹੜੇ ਸਿਆਸੀ ਲੋਕ ਹਾਵੀ ਹੋ ਜਾਂਦੇ ਆ ਬਿਊਰੋਕਰੇਸੀ ਤੇ ਜੀ, ਫਿਰ ਆ ਕੁਛ ਹੁੰਦਾ। ਇਹ ਦੇਖੋ ਤੁਸੀਂ 4000 ਤੁਸੀਂ ਦੱਸਿਆ ਥੈਲੀਆਂ ਇੱਕ ਕਾਉਂਸਲਰ ਕੋਲ, ਇਹਦਾ ਰੂਟ ਕੀ ਹੈ ਦੱਸ ਦੇਣ। ਪੂਰੇ ਦਾ ਪੂਰਾ ਮਹਿਕਮਾ ਦੱਸ ਦੇਵੇ, ਸਿਵਲ ਸਪਲਾਈ ਦਾ, ਤੇ ਡਿਪਟੀ ਕਮਿਸ਼ਨਰ ਸਾਹਿਬ ਦੱਸ ਦੇਣ ਕਿ ਕਿੰਨੇ ਥੈਲੇ ਵੰਡੇ ਤੇ ਕਿਹਨੂੰ ਦਿੱਤੇ। ਕਿਉਂ ਨਹੀਂ ਇਹ ਪਬਲਿਕ ਡੋਮੇਨ 'ਚ ਪਾ ਦਿੰਦੇ? ਇਹ ਤੁਸੀਂ ਕੀ ਸੋਚਦੇ ਹੋ ਕਾਉਂਸਲਰ ਸਾਹਿਬ ਉਹ ਇੰਨੇ ਸਾਫ਼ ਸੁਥਰੇ ਹੋਣਗੇ ਰਿਕਾਰਡ ਰੱਖਣ ਦੇ ਵਿੱਚ ਕਿ ਉਹਨਾਂ ਕੋਲ ਇੱਕ ਦਾ ਰਿਕਾਰਡ ਹੋ, ਕਿਹੜਾ ਲੈ ਗਿਆ ਕਿਹੜਾ ਨਹੀਂ ਲੈ ਗਿਆ? ਜਿੰਨੀਆਂ ਮਰਜ਼ੀ ਥੈਲੀਆਂ ਜਿਹਨੂੰ ਮਰਜ਼ੀ ਚੁਕਾ ਦੇਣ, ਜਿਹਨੂੰ ਮਰਜ਼ੀ ਲੁਟਾ ਦੇਣ। ਇਹ ਖੁੱਲ੍ਹੀ ਲੁੱਟ ਦਾ ਆਲਮ ਕਿਹਨੇ ਸ਼ੁਰੂ ਕੀਤਾ? ਇਹ ਮੌਜੂਦਾ ਸਰਕਾਰ ਨੇ ਕੀਤਾ। ਸਿੱਧੇ ਤੇ ਸਿੱਧੇ ਮੌਜੂਦਾ ਮੰਤਰੀ ਵੀ ਇਹਦਾ ਜ਼ਿੰਮੇਵਾਰ ਹੈ, ਇਹਦੀ ਐਡਮਿਨਿਸਟ੍ਰੇਸ਼ਨ ਵੀ ਜ਼ਿੰਮੇਵਾਰ। ਉਹ ਲਿਖਦੀ ਕਿਉਂ ਇਹਨਾਂ ਦੇ ਅੱਗੇ ਸਿਆਸੀ ਬੰਦਿਆਂ ਦੇ ਅੱਗੇ? ਇਹ ਜਿੱਥੇ ਹੁੰਦਾ ਨਾ ਜੀ, ਕਿਤੇ ਹੜ੍ਹ ਆਇਆ ਜਹਾਜ਼ 'ਚੋਂ ਸੁੱਟ ਦਿੱਤਾ, ਉਹਦਾ ਤਾਂ ਸਮਝ ਆਉਂਦਾ ਕਿ ਜਹਾਜ਼ 'ਚੋਂ ਸੁੱਟਿਆ ਰਿਕਾਰਡ ਨਹੀਂ। ਜਦ ਤੁਸੀਂ ਪਰਸਨਲੀ ਵੰਡਿਆ ਕਹਿੰਦੇ ਹੋ
ਤਾਂ ਰਿਕਾਰਡ ਕਿਉਂ ਨਹੀਂ ਦਿੰਦੇ ਇੱਕ ਦਾ? ਇੱਥੇ ਇੱਕ ਇਹੋ ਜਿਹਾ ਐਮਐਲਏ ਵੀ ਹੈ ਜਿਹਨੂੰ 4 ਟਰੱਕ ਦੇ ਦਿੱਤੇ, ਉਹਨਾਂ ਨੇ ਥੈਲੀਆਂ ਬਦਲ ਕੇ ਆਪਣੀਆਂ ਥੈਲੀਆਂ ਲਾ ਕੇ ਅੱਗੇ ਵੰਡ ਦਿੱਤੇ, ਕਿਉਂਕਿ ਸਾਥ ਵੀ ਤਾਂ ਪੁਗਾਉਂਦੇ ਆ ਨਾ ਇੱਕ ਦੂਜੇ ਦਾ। ਸਰ ਇਹ ਐਮਐਲਏ ਦਾ ਨਾਮ ਤਾਂ ਦੱਸੋ, ਹੁਣ ਤੁਸੀਂ ਵੀ ਤਾਂ ਨਾਮ ਲੁਕੋ ਹੀ ਰਹੇ ਹੋ। ਨਾ ਚੋਰ ਮਸੇਰੇ ਭਾਈ ਸਾਰਿਆਂ ਨੂੰ ਪਤਾ ਹੈ। ਕਿਹਨੂੰ ਨਹੀਂ ਪਤਾ ਲੁਧਿਆਣੇ ਦਾ ਕਿਹੜਾ ਮੰਤਰੀ ਹੈ ਤੇ ਕਿਹੜੇ 2 ਐਮਐਲਏ ਹੈ? ਕਿਹਨੂੰ ਨਹੀਂ ਪਤਾ? ਕੀ ਉਹਨਾਂ ਦੀ ਸਾਂਝ ਹੈ? ਕਦੇ ਇੱਕ ਦੂਜੇ ਦੇ ਉਲਟ ਬੋਲਦੇ ਨਜ਼ਰ ਆਉਂਦੇ ਆ? ਕਦੇ ਨਹੀਂ ਆਉਣਗੇ। ਅੰਦਰੋਂ ਇਕੱਠੇ ਆ, ਸਭ ਮਾਲ ਇਕੱਠੇ ਆ। ਪਰ ਸਰ ਨਾਮ ਤਾਂ ਦੱਸ ਦਿਓ, ਇੰਨਾ ਤੁਸੀਂ ਕਹਿ ਦਿੱਤਾ, ਘੱਟੋ ਘੱਟ ਨਾਮ ਤਾਂ ਕਿ ਨਾਮ ਮੇਰੇ ਤੋਂ ਤਾਂ ਪੁੱਛੋ ਜੇ ਕਿਸੇ ਨੂੰ ਪਤਾ ਨਾ ਹੋਵੇ। ਬਾਹਰ ਚਲੇ ਜਾਓ ਸੜਕ ਤੇ, ਬੱਚੇ ਨੂੰ ਪੁੱਛ ਲਓ, ਦੱਸ ਦੂ ਕਿਹੜਾ ਮੰਤਰੀ ਹੈ ਤੇ ਕਿਹੜਾ ਐਮਐਲਏ ਹੈ। ਇੱਥੇ 100 ਮੰਤਰੀ ਆ ਲੁਧਿਆਣੇ ਦੇ ਤੇ 102 ਐਮਐਲਏ ਆ ਜਿਹੜੇ ਦੂਜੀ ਪਾਰਟੀ ਦੇ ਹੋਣ। ਤੇ ਜੇ ਸਰ ਗੱਲ ਕਰੀਏ ਅੱਜ ਕਿ ਆਪਾਂ, ਇਹ ਤਾਂ ਹੋ ਗਈ ਰਾਸ਼ਨ ਦੀ ਗੱਲ, ਜੇ ਤੁਹਾਨੂੰ ਸਾਰਾ ਕੁਝ ਇੰਨਾ ਕੁਝ ਪਤਾ ਤੇ ਤੁਸੀਂ ਐਜ਼ ਏ ਆਪੋਜੀਸ਼ਨ ਨੂੰ ਵੀ ਅਸੀਂ ਮੰਨਦੇ ਕਿ ਉਨਾ ਹੀ ਕਸੂਰਵਾਰ ਹੁੰਦੀ ਹੈ। ਆਪੋਜੀਸ਼ਨ ਇਸ ਮਾਮਲੇ 'ਚ ਰੌਲਾ ਕਿਉਂ ਨਹੀਂ ਪਾਉਂਦੀ, ਦੱਸਦੀ ਕਿਉਂ ਨਹੀਂ? ਕਿਉਂਕਿ ਅੱਗੇ ਵੀ ਆਉਣ ਵਾਲਾ ਟਾਈਮ ਇਲੈਕਸ਼ਨਾਂ ਦਾ ਹੈ, ਤੇ ਜੇ ਤੁਸੀਂ ਜੇ ਚੀਜ਼ ਸਾਹਮਣੇ ਲੈ ਕੇ ਆਓਗੇ ਤਾਂ ਉਹਦਾ ਬੈਨੀਫਿਟ ਤੁਹਾਨੂੰ ਹੀ ਮਿਲੇਗਾ। ਸਿਸਟਮ ਬਹੁਤ ਕਮਜ਼ੋਰ ਹੈ। ਇਸ ਤਰ੍ਹਾਂ ਹੈ ਕਿ ਸਰਕਾਰਾਂ ਦੇ ਹਾਲਾਤ ਕੀ ਹੋ ਗਏ ਕਿ ਚੌਕਸੀ ਵਿਭਾਗ ਫੜ ਲੈਂਦਾ, ਚੌਕਸੀ ਵਿਭਾਗ ਆਪਣਾ ਹਿੱਸਾ ਲੈ ਕੇ ਦੂਜੇ ਨੂੰ ਛੱਡ ਦਿੰਦਾ। ਇਹ ਹਾਲਾਤ ਇੰਨੇ ਹੈ, ਸਿਸਟਮ ਬਹੁਤ ਗਰਕ ਗਿਆ। ਇਹ ਜਦ ਤੱਕ ਇਹ ਸਿਸਟਮ ਟੋਟਲ ਸਿਸਟਮ ਰੀਵੈਂਪ ਨਹੀਂ ਹੋਊਗਾ, ਇਹ ਸਾਡਾ ਰੌਲਾ ਪਾਏ ਤੇ ਕੁਝ ਨਹੀਂ ਹੋਣਾ। ਇੱਕ ਕੇਸ ਰਜਿਸਟਰ ਹੋਏ ਤੇ ਕੁਝ ਨਹੀਂ ਹੋਣਾ। ਕੇਸ ਰਜਿਸਟਰ ਕਰ ਦਿੰਦੇ ਆ, ਉਹਦੇ ਵਿੱਚ ਐਵੀਡੈਂਸ ਨਹੀਂ ਲਾਉਂਦੇ, ਬਰੀ ਹੋ ਕੇ ਹੋ ਜਾਂਦੇ ਆ ਬੰਦੇ। ਇਹ ਸਿਸਟਮ ਹੀ ਸੁਧਾਰਨਾ ਪੈਣਾ। ਮੈਂ ਤਾਂ ਇੱਕ ਚੀਜ਼ ਦਾ ਹਾਮੀ ਹੈ, ਕੋਈ ਚੀਜ਼ ਇਹੋ ਜਿਹੀ ਨਹੀਂ ਹੈ ਜਿਹਦੀ ਚੋਰੀ ਰੋਕਣ ਦਾ ਪ੍ਰਣਾਲੀ ਨਹੀਂ ਬਣਾਈ ਜਾ ਸਕਦੀ, ਪਰ ਪ੍ਰਣਾਲੀ ਬਣਾਉਂਦੇ ਨੇ, ਕਿਉਂਕਿ ਚੋਰ ਮੋਰੀਆਂ ਰੱਖਦੇ ਆ ਤਾਂ ਹੀ ਠੱਗੀ ਹੋਊ, ਤਾਂ ਹੀ ਇਹਨਾਂ ਨੂੰ ਹਿੱਸੇ ਠੱਗੀ ਦੇ ਵਿੱਚ ਮਿਲਣਗੇ। ਤੇ ਦੋਸਤੋ ਇਹ ਸੀਗੇ ਹਰੀਸ਼ ਰਾਏ ਟਾਂਡਾ ਜੀ, ਐਕਸ ਪਾਰਲੀਮੈਂਟਰੀ ਸੈਕਟਰੀ। ਇਹਨਾਂ ਨੇ ਸਾਨੂੰ ਦੱਸਿਆ ਕਿ ਕਿੱਦਾਂ ਸ਼ਹਿਰ ਦੇ ਵਿੱਚ ਜਿਹੜਾ ਮੰਤਰੀ ਤੋਂ ਲੈ ਕੇ ਐਮਐਲਏ ਮੌਜੂਦਾ ਸਰਕਾਰ ਦੇ, ਉਹ ਸਾਰੇ ਆਪ ਹੀ ਜਿਹੜਾ ਰਾਸ਼ਨ ਹੈ, ਕਹਿਣ ਨੂੰ ਤਾਂ ਕਹਿ ਰਹੇ ਕਿ ਅਸੀਂ ਬਹੁਤ ਵੰਡ ਰਹੇ ਹਾਂ, ਪਰ ਇਹਨਾਂ ਨੇ ਚੈਲੰਜ ਕੀਤਾ ਕਿ ਉਹ ਵੰਡਿਆ ਹੀ ਨਹੀਂ ਜਾ ਸਕਦਾ 2 ਦਿਨਾਂ 'ਚ, ਜਿੱਦਾਂ ਉਹਨਾਂ ਨੇ 98% ਕਰਤਾ। ਤੇ ਇਹਨਾਂ ਨੇ ਸਾਰੀਆਂ ਚੀਜ਼ਾਂ ਤੇ ਜਿਹੜੀ ਚੀਜ਼ਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਦੱਸੀਆਂ, ਅਸੀਂ ਤੁਹਾਡੇ ਤੱਕ ਪੇਸ਼ ਕੀਤੀਆਂ। ਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਇੱਦਾਂ ਹੀ ਜਿਹੜੀ ਸਮੱਸਿਆਵਾਂ ਤੇ ਜਿਹੜੇ ਸੁਝਾਅ ਹੈ ਉਹਨਾਂ ਨਾਲ ਤੁਹਾਨੂੰ ਜਾਗਰੂਕ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।